डॉक्टर श्रीधर अग्रवाल अज फिर लाइव हो रहे हैं अपने फेसबुक चैनल ते एक कहानी आपां सुनी सी। एक बार एक भगत हुंदा है ते एक हुंदा है जिहड़ा कि मनदा नहीं रब नूं। की कहंदे ओनूं? जिहड़ा रब नूं नहीं मनदा ओनूं की कहंदे? नास्तिक। हाँ, बारिशां होंदियां ते आस्तिक तां रोज़ मंदिर जांदा ही सीगा ते नास्तिक कहंदा जी मैं तां जाना ही जाना है। मैं तो ਉਹਦਾ ਕੰਮ ਸੀਗਾ ਨਾਸਤਿਕਾਂ ਦਾ ਕਿ ਰੱਬ ਨੂੰ ਲੱਤ ਮਾਰ ਕੇ ਆਣੀ ਹੈ ਨਾ। ਤੇ ਆਸਤਿਕ ਜਾਂਦਾ ਹੈ ਕਿ ਬਾਰਿਸ਼ ਹੋ ਰਹੀ ਹੈ ਭਾਈ ਹੁਣ ਅੱਜ ਨਹੀਂ ਜਾਣਾ ਮੈਂ ਮੰਦਿਰ ਤੇ ਨਾਸਤਿਕ ਚਲਾ ਜਾਂਦਾ। ਰੱਬ ਕੀ ਕਹਿੰਦਾ ਹੈ? ਨਾਸਤਿਕ ਹੀ ਮੇਰਾ ਅਸਲੀ ਭਗਤ ਹੈ ਭਾਈ। ਉਹੀ ਗੱਲ ਹੈ, ਅੱਜ ਇੰਨੀ ਬਾਰਿਸ਼ ਹੋਈ ਹੈ ਤੇ ਮਾਤਾ ਜੀ ਆਏ ਆ ਅੱਜ ਸੁਰਿੰਦਰ ਕੌਰ ਮੇਰੇ ਨਾਲ ਮੇਰੇ ਕੋਲ ਬੈਠੇ ਨੇ, ਦਵਾਈ ਲੈਣ ਆਏ ਨੇ ਕਿੱਥੋਂ? ਲੁਧਿਆਣੇ ਤੋਂ। ਬਾਰਿਸ਼ ਇੰਨੀ ਦਬਾ ਕੇ ਹੋ ਰਹੀ ਹੈ ਕਿ ਗੋਡੇ ਗੋਡੇ ਪਾਣੀ ਸੀਗਾ ਤੇ ਤਾਂ ਵੀ ਪਹੁੰਚ ਗਏ ਨੇ। ਤੇ ਅੱਜ ਇਹ ਵੀ ਦੱਸਣਗੇ ਕਿ ਕਿਉਂ ਪਹੁੰਚੇ ਆ। ਹੈਗੀ ਸੀ ਇਹਨਾਂ ਨੂੰ ਹਾਰਟ ਦੀ ਤਕਲੀਫ ਤੇ ਇੱਕ ਨਾੜੀ 99% ਬਲੌਕ ਸੀਗੀ। ਉਹਦੇ ਚ ਦੋ ਜਗ੍ਹਾ ਤੇ ਬਲੌਕੇਜ ਸੀਗੀ ਤੇ ਇੱਕ ਪਾਰਟ ਚ 90-95% ਬਲੌਕੇਜ ਸੀਗੀ, ਇੱਕ ਚ 99%, ਜਿਹਦੇ ਕਰਕੇ ਸਾਹ ਚੜਦਾ, ਦਰਦਾਂ, ਛਾਤੀ ਦਰਦ, ਚੱਲ ਫਿਰ ਨਹੀਂ ਪਾਣਾ, ਬਹੁਤ ਸਾਰੀ ਚੀਜ਼ਾਂ ਸੀਗੀਆਂ। ਬਾਕੀ ਮਾਤਾ ਜੀ ਦੇ ਮੂੰਹ ਤੋਂ ਸੁਣਦੇ ਮੈਂ ਤੇ ਬੋਲ ਰਿਹਾ। ਆਓ ਜੀ ਮਾਤਾ ਜੀ ਬੁਲਾਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਦੱਸੋ ਆਪਣੇ ਬਾਰੇ। हाँ जी, सब तो पहला मैंने जब ब्लॉकेज हुई सी तो नाला 3 ब्लॉक से तो मैं डॉक्टर साहब को लाई सी। इन्हों मैं मोबाइल तो देखा सी भी इन्हों की वीडियो देखी सी। उदों फिर असी वीडियो देख के इन्हों को आए थे तो इन्हों दवाई दवाई लीती सी। इन्हों को इन्होंने सानू खाण पीण बारे भी सारा कुछ दसिया सी। ते हुण मेरी 2 महीने हो गए मैनूं दवाई खांदी नूं। मेरी रुपये तो 25% आराम है मैनूं इहदे तो। मैनूं साह बहुत चढ़दा हुंदा सी, साह चढ़न दे नाल मेरे छाती ते दर्द बहुत रहिंदा हुंदा सी। हुण कोई जागी पौड़ी नहीं सी चढ़ सकदी, ज़्यादा तेज़ नहीं सी तुर सकदी, मैं हौली हौली ही तुर के जा सकदी हुंदी सी। हुण मैं अपनी स्पीड ते भी तुरदी हाँ, सैर भी करदी हाँ, मैनूं कोई प्रॉब्लम नहीं है। जे कभी आंदी है सिर्फ 1 सैकेंड वास्ते ही आंदी है, उस मैं 2 मिनट आराम करके बैठ जांदी। ਤੇ ਨਾਲ ਮਾਤਾ ਜੀ ਨੂੰ ਜਿਹੜੀ ਗੱਲ ਨਹੀਂ ਦੱਸੀ ਹੈ ਉਹ ਸ਼ੂਗਰ ਬਾਰੇ ਵੀ ਦੱਸੋ ਮਾਤਾ ਜੀ। ਹਾਂਜੀ, ਮੈਨੂੰ ਕਿੰਨੇ ਸਾਲ ਪੁਰਾਣੀ ਸ਼ੂਗਰ ਹੈ? 8-10 ਸਾਲ ਤੋਂ ਪੁਰਾਣੀ ਮੈਨੂੰ ਸ਼ੂਗਰ ਹੋ ਰਹੀ ਹੈ ਤੇ ਉਹ ਵੀ ਮੈਂ ਮੈਡੀਸਨ ਮੇਰੀ ਹਲੇ ਉਹੀ ਚੱਲਦੀ ਹੈ। ਪਰ ਉਹ ਨਾਲ ਹੁਣ ਜੌਆਂ ਦਾ ਆਟਾ ਖਾਣ ਦੇ ਨਾਲ ਉਹਦੇ ਨਾਲ ਮੇਰੀ 95% ਵੀ ਰਹਿ ਗਈ ਸੀ। ਜਦ ਮੈਂ ਛੱਡ ਦਿੱਤੀ ਫਿਰ ਹੁਣ ਮੇਰੀ ਫਿਰ ਉਸੇ ਜਗ੍ਹਾ ਤੇ ਆ ਗਈ। ਹੁਣ ਉਹ ਥੋੜੇ ਦਿਨ ਛੱਡਿਆ ਸੀ ਵੀ ਸਵਾਦ ਵਾਸਤੇ ਵੀ ਇਸ ਵਾਰ ਸਵਾਦ ਟੇਸਟ ਹੋ ਜੂਗਾ ਤੇ ਹੁਣ ਫਿਰ ਸ਼ੁਰੂ ਉਹ ਜੌਆਂ ਦਾ ਆਟਾ ਕਰ ਦੇਣਾ, ਉਹਦੇ ਨਾਲ ਫਿਰ ਸ਼ੁਰੂ ਕਰਨੀ ਜ਼ਿਆਦਾ ਕਰ ਦੇਣੀ। ਤੇ ਐਲੋਪੈਥੀ ਦਵਾਈ ਵੀ ਖਾ ਰਹੇ ਨੇ ਤੇ ਉਹ ਵੀ ਘਟ ਰਹੀ ਹੈ ਤੇ ਉਹ ਵੀ ਦੱਸੋ, ਸਾਰੀ ਗੱਲ ਦੱਸਣੀ ਮਾਤਾ ਜੀ, ਇੰਜ ਨਹੀਂ ਦੱਸੋ। ਐਲੋਪੈਥੀ ਦਵਾਈ ਅੱਧੀ ਰਹਿ ਗਈ ਕਿ ਨਹੀਂ ਰਹਿ ਗਈ? ਹਾਂਜੀ ਹਾਂਜੀ, ਐਲੋਪੈਥੀ ਅੱਧੀ ਦਵਾਈ ਮੇਰੀ ਰਹਿ ਗਈ ਤੇ ਅੱਧੀ ਮੈਂ ਖਾ ਰਹੀ ਹਾਂ। ਤੇ ਉਸ ਤੋਂ ਬਾਅਦ ਵੀ ਫਰਕ ਹੈ ਸਰੀਰ 'ਚ ਕਿ ਉਂਝ ਹੀ ਲੱਗ ਰਿਹਾ? ਤਾਂ ਹੀ ਬਾਰਿਸ਼ 'ਚ ਆਏ ਨੇ। ਨਹੀਂ ਬਾਰਿਸ਼ ਨਹੀਂ, ਬਹੁਤ ਜ਼ਿਆਦਾ ਫਰਕ ਹੈ। 25% ਮੈਨੂੰ ਰੁਪਈਏ 'ਚ ਫਰਕ ਹੈ। ਮੈਂ ਤਦੀ ਬਾਰਿਸ਼ ਵਿੱਚ ਆਈ ਹਾਂ ਵੀ ਮੇਰੀ ਦਵਾਈ ਕੱਲ੍ਹ ਦੀ ਰਹਿ ਗਈ ਵੀ ਮੈਨੂੰ ਨਾਗਾ ਨਾ ਪੈ ਜਾਵੇ। ਤੇ ਆਪਣੇ ਨਾਲ ਇਹਨਾਂ ਦੀ ਬੇਟੀ ਵੀ ਹੈ। ਦੇਖੋ ਜਦੋਂ ਇੱਕ ਪਰਿਵਾਰ ਮੈਂਬਰ ਨੂੰ ਕਿਸੇ ਨੂੰ ਵੀ ਕੋਈ ਦੁੱਖ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਹੈ ਉਹ ਪਰਿਵਾਰ ਤੇ ਆਉਂਦਾ ਹੈ। ਪਰਿਵਾਰ ਦਾ ਇੱਕ ਬੰਦਾ ਨੂੰ ਕੋਈ ਵੀ ਦਿੱਕਤ ਹੋਵੇ ਤਾਂ ਪੂਰਾ ਪਰਿਵਾਰ ਇਫੈਕਟ ਹੁੰਦਾ ਹੈ। ਤੇ ਅੱਜ ਇਹਨਾਂ ਦੀ ਬੇਟੀ ਵੀ ਸਾਡੇ ਨਾਲ ਉਹ ਦੱਸਣਗੇ ਕਿ ਕਿੰਨੀ ਮੁਸ਼ਕਿਲਾਂ ਇਹਨਾਂ ਨੇ ਸਹੀਆਂ ਇਹ ਪ੍ਰੋਬਲਮ ਨੂੰ ਠੀਕ ਕਰਨ ਵਾਸਤੇ। ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਮੇਰੇ ਮਦਰ ਨੇ, ਅਸੀਂ ਲੁਧਿਆਣੇ ਤੋਂ। ਮੇਰੀ ਮਦਰ ਨੂੰ 2 ਸਾਲ ਪਹਿਲੇ ਕਰੋਨਾ ਦੇ ਵਿੱਚ ਜਦੋਂ ਕਰੋਨਾ ਸਟਾਰਟ ਹੋਇਆ ਸੀ ਉਦੋਂ ਹੀ ਇਹਨਾਂ ਨੂੰ ਪ੍ਰੋਬਲਮ ਆਈ ਸੀ ਹਾਰਟ ਦੀ ਔਰ ਘਰੇ ਸੀਗੇ। ਉਦੋਂ ਪੇਨ ਹੋਈ ਅਸੀਂ ਹਸਪੀਟਲ ਲੈ ਕੇ ਗਏ। ਹਸਪੀਟਲ ਲੈ ਕੇ ਜਾਣ ਤੋਂ ਬਾਅਦ ਡਾਕਟਰ ਨੇ ਫਿਰ ਟੈਸਟ ਵਗੈਰਾ ਜਿੱਦਾਂ ਲਿਖੇ ਰੂਟੀਨ ਚੈੱਕਅਪ ਦੇ ਲਈ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਫਿਰ ਇਹੀ ਦੱਸਿਆ ਕਿ ਇਹਨਾਂ ਨੂੰ ਮਾਈਨਰ ਜੀ ਹਾਰਟ ਦੀ ਪ੍ਰੋਬਲਮ ਹੈ। ਤੇ ਫਿਰ ਅਸੀਂ ਮੈਡੀਸਨ ਕਰਵਾਉਂਦੇ ਰਹੇ ਪਰ ਉਹ ਮੈਡੀਸਨ ਫਰਕ ਨਹੀਂ ਦੇ ਰਹੀ ਸੀ, ਲੇਕਿਨ ਪੇਨ ਇਹਨਾਂ ਦਾ ਡੇ ਬਾਈ ਡੇ ਵੱਧ ਰਿਹਾ ਸੀ ਔਰ ਬਹੁਤ ਜ਼ਿਆਦਾ ਪੇਨ ਹੁੰਦਾ ਰਿਹਾ। ਮੈਡੀਸਨ ਚੱਲਦੀ ਰਹੀ, ਮੈਡੀਸਨ ਵੱਧਦੀ ਰਹੀ, ਡੋਜ਼ਸ ਵੱਧਦੀਆਂ ਰਹੀਆਂ ਮੈਡੀਸਨਸ ਦੀਆਂ ਔਰ ਪੇਨ ਵੱਧਦਾ ਰਿਹਾ ਔਰ ਇਹ ਕਹਿ ਲਓ ਕਿ ਇੱਕ ਮਾੜਾ ਟਾਈਮ ਜਿਹੜਾ ਹੁੰਦਾ ਉਹ ਵੀ ਨਾਲ ਵੱਧਦਾ ਗਿਆ। ਔਰ ਫਿਰ ਉਸ ਤੋਂ ਬਾਅਦ ਅਸੀਂ ਲੋਕਲ ਮੈਡੀਸਨ ਹਸਪੀਟਲ ਤੋਂ, ਪ੍ਰਾਈਵੇਟ ਹਸਪੀਟਲ ਤੋਂ ਮੈਡੀਸਨ ਇਹਨਾਂ ਦੀ ਲੈਂਦੇ ਰਹੇ ਪਰ ਜਦ ਕੁਝ ਸਾਨੂੰ ਨਹੀਂ ਨਜ਼ਰ ਆਇਆ, ਕੁਝ ਨਹੀਂ ਸਾਨੂੰ ਰਿਲੀਫ ਹੋਇਆ, ਫਿਰ ਮੈਂ ਇਹਨਾਂ ਨੂੰ ਚੰਡੀਗੜ੍ਹ PGI ਲੈ ਕੇ ਗਈ ਜਿੱਥੇ ਮੈਂ ਇਹਨਾਂ ਦੇ ਟੈਸਟ ਕਰਵਾਏ। ਉੱਥੇ ਟੈਸਟ ਕਰਵਾਉਣ ਤੋਂ ਬਾਅਦ ਉਹਨਾਂ ਨੇ ਮੈਨੂੰ ਇਹਨਾਂ ਦੇ ਸਟੰਟ ਪਾਉਣ ਲਈ ਕਿਹਾ ਔਰ ਇਹ ਕਿਹਾ ਕਿ ਇਮੀਡੀਏਟ ਇਹਨਾਂ ਦਾ ਆਪਰੇਸ਼ਨ ਹੋਣਾ ਔਰ 2 ਸਟੰਟ ਪੈਣੇ ਨੇ ਔਰ 2 ਸਟੰਟ ਫਿਰ ਤੁਸੀਂ ਸਮਝ ਸਕਦੇ ਹੋ ਕਿ ਅਗਰ ਆਪਾਂ ਆਪਰੇਟ ਦੀ ਗੱਲ ਆਉਂਦੀ ਹੈ, ਸਟੰਟ ਦੀ ਆਉਂਦੀ ਹੈ ਤਾਂ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ।
ਔਰ ਫਿਰ ਉਸ ਤੋਂ ਬਾਅਦ ਨਹੀਂ ਕੁਝ ਸਮਝ ਆਇਆ, ਚਲੋ ਘਰੇ ਵਾਪਸ ਆ ਗਏ। ਵਾਪਸ ਆਉਣ ਤੋਂ ਬਾਅਦ ਹੁਣ ਆਪਰੇਟ ਤਾਂ ਕਰਵਾਉਣਾ ਹੀ ਸੀਗਾ ਕਿਉਂਕਿ ਮੇਰੇ ਕੋਲ ਦੂਸਰੀ ਕੋਈ ਆਪਸ਼ਨ ਨਹੀਂ ਸੀਗੀ। ਤੇ ਫਿਰ ਉਸ ਤੋਂ ਬਾਅਦ ਮੈਂ ਜਦੋਂ ਆਪਰੇਟ ਕਰਾਉਣ ਦੇ ਵਿਚਾਲੇ ਹਲੇ ਉਹਨਾਂ ਨੇ ਮੈਨੂੰ ਜੋ ਡੇਟ ਦਿੱਤੀ ਇਨ ਬਿਟਵੀਨ, ਉਹਦੇ ਵਿੱਚ ਮੈਨੂੰ ਮੈਂ ਫੇਸਬੁੱਕ ਤੇ ਇਹਨਾਂ ਦੀ ਡਾਕਟਰ ਸਾਹਿਬ ਜੀ ਦੀ ਵੀਡੀਓ ਦੇਖੀ, ਜਿਸ ਵੀਡੀਓ ਵਿੱਚ ਇਹਨਾਂ ਨੇ ਕਲੀਅਰ ਕੱਟ ਦੱਸਿਆ ਹੋਇਆ ਸੀ ਕਿ ਹਾਰਟ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਇਹ ਕਿੱਦਾਂ ਠੀਕ ਕਰਦੇ ਨੇ ਔਰ ਕੀ ਆਪਣੀ ਮੈਡੀਸਿਨਸ ਦਿੰਦੇ ਨੇ, ਕੀ ਉਹਦੇ ਵਿੱਚ ਪਰਹੇਜ਼ ਦੱਸਦੇ ਨੇ ਪੇਸ਼ੈਂਟ ਨੂੰ। ਔਰ ਬਹੁਤ ਜ਼ਿਆਦਾ ਪੇਸ਼ੈਂਟ ਇੱਥੋਂ ਰਿਲੀਫ ਹੋ ਕੇ ਗਏ ਨੇ। ਔਰ ਫਿਰ ਮੈਨੂੰ ਵੀ ਲੱਗਾ ਕਿ ਮੈਨੂੰ ਵੀ ਇੱਕ ਵਾਰੀ ਇੱਥੇ ਆ ਕੇ ਇਹਨਾਂ ਨਾਲ ਜ਼ਰੂਰ ਕੰਟੈਕਟ ਕਰਨਾ ਚਾਹੀਦਾ। ਸੋ ਮੈਂ ਇਮੀਡੀਏਟ ਇਹਨਾਂ ਨੂੰ ਕੰਟੈਕਟ ਕੀਤਾ, ਕੰਟੈਕਟ ਕਰਕੇ ਮੈਂ ਇਹਨਾਂ ਦੀ ਅਪਾਇੰਟਮੈਂਟ ਲਿੱਤੀ। ਅਪਾਇੰਟਮੈਂਟ ਲੈ ਕੇ ਮੈਂ ਨੈਕਸਟ ਡੇ ਹੀ ਇਹਨਾਂ ਦੇ ਕੋਲ ਆ ਗਈ। ਜਦੋਂ ਮੈਂ ਇਹਨਾਂ ਦੇ ਕੋਲ ਆਈ ਤਾਂ ਮੈਨੂੰ ਇੱਕ ਪੋਜ਼ਿਟਿਵ ਵਾਈਬਸ ਇਹਨਾਂ ਕੋਲ ਆਈਆਂ, ਜੋ ਕਿ ਮੇਰੇ ਲਈ ਬਹੁਤ ਚੰਗੀ ਗੱਲ ਹੈ। ਔਰ ਫਿਰ ਇਹਨਾਂ ਨੇ ਮੈਡੀਸਨ ਦਿੱਤੀ, ਇਹਨਾਂ ਨੇ ਸ਼ੋਰਟੀ ਦਿੱਤੀ ਮੈਨੂੰ ਕਿ ਇਹਨਾਂ ਨੂੰ 15 ਦਿਨ ਦੇ ਵਿੱਚ ਜਿਹੜਾ ਕਿ ਫਰਕ ਨਜ਼ਰ ਆ ਜਾਏਗਾ। ਕਿੱਥੇ ਮੈਂ 2 ਸਾਲਾਂ ਤੋਂ ਭੱਜ ਨੱਠ ਕਰ ਰਹੀ ਸੀ ਕਿ ਮਦਰ ਮੈਨੂੰ ਇੱਕ ਵਾਰੀ ਇਹ ਚੀਜ਼ ਕਹਿਣ ਕਿ ਬੇਟਾ ਅੱਜ ਮੈਂ ਠੀਕ ਹਾਂ, ਪਰ ਨਹੀਂ, ਉਹ ਟਾਈਮ ਨਹੀਂ ਆਇਆ, ਉਹ ਘੜੀ ਨਹੀਂ ਆਈ। ਔਰ ਜਦੋਂ ਮੈਂ ਡਾਕਟਰ ਅਗਰਵਾਲ ਸਾਹਿਬ ਜੀ ਦੀ ਮੈਡੀਸਨ ਮਦਰ ਨੂੰ ਖਿਲਾਈ ਤੇ 15 ਕੁ ਦਿਨ ਬਾਅਦ ਇਹਨਾਂ ਨੂੰ ਮੈਂ ਪੁੱਛਿਆ ਮਦਰ ਨੂੰ ਕਿ ਹਾਂ ਹੁਣ ਤੁਹਾਨੂੰ ਕਿੱਦਾਂ ਪ੍ਰੋਬਲਮ ਹੈ, ਕਿੱਦਾਂ ਤੁਸੀਂ ਮਤਲਬ ਦੇਖ ਰਹੇ ਹੋ, ਕਿੱਦਾਂ ਕਰ ਰਹੇ ਹੋ। ਤੇ ਫਿਰ ਇਹਨਾਂ ਨੇ ਕਿਹਾ ਕਿ ਨਹੀਂ, ਮੈਨੂੰ ਮਾਈਨਰ ਜਿਹਾ ਫਰਕ ਹੈ। ਔਰ ਜਦੋਂ ਅਸੀਂ ਨੈਕਸਟ ਡੇ ਡਾਕਟਰ ਸਾਹਿਬ ਕੋਲ ਮੈਡੀਸਨ ਲੈਣ ਆਏ, ਅਸੀਂ ਫਿਰ ਡਾਕਟਰ ਸਾਹਿਬ ਨੂੰ ਦੱਸਿਆ ਕਿ ਇਹਨਾਂ ਨੂੰ ਮਾਈਨਰ ਜਿਹਾ ਫਰਕ ਹੈ। ਉਹਨਾਂ ਨੇ ਆਪਣੀ ਮੈਡੀਸਨ ਚੇਂਜ ਕੀਤੀ ਔਰ ਉਸ ਤੋਂ ਬਾਅਦ ਹੁਣ ਅੱਜ ਸਾਨੂੰ 2 ਮਹੀਨੇ ਹੋ ਗਏ ਮੈਡੀਸਨ ਲੈਂਦਿਆਂ ਹੋਇਆਂ। ਔਰ 2 ਮਹੀਨਿਆਂ ਦੇ ਵਿੱਚ 100 ਦੇ ਵਿੱਚੋਂ 25% ਇਹਨਾਂ ਨੂੰ ਰਿਲੀਫ ਹੈ। ਔਰ ਜਿਸ ਹਿਸਾਬ ਨਾਲ ਇਹ ਇੰਪਰੂਵਮੈਂਟ ਕਰ ਰਹੇ ਨੇ, ਆਈ ਥਿੰਕ ਮੈਨੂੰ ਲੱਗਦਾ ਕਿ 5th 6th ਮੰਥ ਦੇ ਵਿੱਚ ਤੋਂ ਪਹਿਲਾਂ ਹੀ ਕਵਰ ਕਰ ਜਾਣਗੇ। ਅਗਰ ਆਪਾਂ ਬਹੁਤਾ ਟਾਈਮ ਲੈ ਕੇ ਚੱਲਦੇ ਹਾਂ ਤਾਂ ਮੈਂ 6 ਮੰਥ ਕਹਿ ਸਕਦੀ ਹਾਂ ਕਿ 6 ਮੰਥ ਦੇ ਵਿੱਚ ਇਹ ਆਪਣੀ ਪੂਰੀ ਬੋਡੀ ਨੂੰ ਕਵਰ ਕਰ ਲੈਣਗੇ। ਔਰ 6 ਮੰਥ ਬਾਅਦ ਮੈਨੂੰ ਇਹ ਚੀਜ਼ ਸੁਣਨ ਨੂੰ ਮਿਲੇਗੀ ਮੇਰੀ ਮਦਰ ਵੱਲੋਂ ਕਿ ਕੀ ਹੁੰਦਾ ਹਾਰਟ ਪ੍ਰੋਬਲਮ, ਮੈਂ ਨਹੀਂ ਸੁਣਿਆ, ਮੈਂ ਨਹੀਂ ਜਾਣਦੀ। ਤਾਂ ਮੈਂ ਜੋ ਚੀਜ਼ ਸੁਣਨ ਲਈ ਮਦਰ ਕੋਲੋਂ 2 ਸਾਲ ਦੀ ਵੇਟ ਕਰ ਰਹੀ ਹਾਂ। ਮੈਂ ਆਪਣੀ ਲਾਈਫ ਦਾ ਸਾਰਾ ਕੁਝ ਛੱਡਿਆ ਹੋਇਆ, ਹਲੇ ਸਭ ਕੁਝ ਸਟਾਪ ਹੈ, ਜਿੱਥੇ ਜੋ ਹੈ ਉੱਥੇ ਹੀ ਹੈ। ਪਰ ਸਿਰਫ ਕਿਉਂਕਿ ਸਭ ਤੋਂ ਵੱਡੀ ਜੋ ਜ਼ਰੂਰਤ ਮੇਰੀ ਹੈ ਫਿਲਹਾਲ ਦੀ ਡੇਟ ਵਿੱਚ ਮੇਰੀ ਮਦਰ ਦਾ ਸਹੀ ਹੋਣਾ ਹੈ। ਕੋਈ ਵੀ ਬੇਟੀ ਹੋਏਗੀ, ਕੋਈ ਵੀ ਬੇਟਾ ਹੋਏਗਾ, ਉਹ ਇਹੀ ਸੋਚੇਗਾ ਕਿ ਕੋਈ ਵੀ ਪਰਿਵਾਰ ਮੈਂਬਰ ਹੋਵੇ, ਅਗਰ ਕਿਸੇ ਨੂੰ ਪਰਿਵਾਰ ਮੈਂਬਰ ਦੇ ਵਿੱਚ ਇੱਕ ਜਣੇ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਆ ਜਾਂਦੀ ਹੈ ਜਿੱਥੇ ਕਿ ਆਪਾਂ ਨੂੰ ਜ਼ਿੰਦਗੀ ਔਰ ਮੌਤ ਦੇ ਵਿੱਚੋਂ ਇੱਕ ਚੁਣਨਾ ਪਵੇ, ਤਾਂ ਹਰ ਬੰਦਾ ਮੇਰੇ ਖਿਆਲ 'ਚ ਜ਼ਿੰਦਗੀ ਹੀ ਚੁਣਦਾ। ਤਾਂ ਸੋ ਮੈਂ ਮੌਤ ਨੂੰ ਬੜੇ ਕਰੀਬੀ ਹੋ ਕੇ ਦੇਖਿਆ 2 ਸਾਲਾਂ ਤੋਂ, ਬਹੁਤ ਜ਼ਿਆਦਾ। 3 ਗੋਲੀਆਂ ਹਾਰਟ ਦੀਆਂ ਦਿਨ ਦੀਆਂ ਖਾਣ ਤੋਂ ਬਾਅਦ ਵੀ ਇਹਨਾਂ ਨੇ ਅਗਰ ਹਲਕਾ ਜਿਹਾ ਤੁਰਨਾ, ਗਲੀ ਦੇ ਮੋੜ ਤੱਕ ਵੀ ਜਾਣਾ ਤਾਂ ਇਹਨਾਂ ਨੂੰ ਪੇਨ ਹੁੰਦੀ ਸੀ। ਔਰ ਆ ਕੇ ਇਹਨਾਂ ਨੇ ਫਿਰ ਮੈਡੀਸਨ ਖਾਣੀ। ਔਰ ਜਿਸ ਟਾਈਮ ਇਹਨਾਂ ਨੂੰ ਪੇਨ ਹੁੰਦੀ ਸੀ, ਨਾ ਇਹ ਦੇਖਦੇ ਸੀ, ਨਾ ਇਹ ਬੋਲਦੇ ਸੀ। ਅਗਰ ਮੈਂ ਇਹਨਾਂ ਨੂੰ ਪੁੱਛਣਾ ਵੀ ਕਿ ਮੈਡੀਸਨ ਦਵਾਂ, ਪਾਣੀ ਦਵਾਂ, ਤਾਂ ਇਹਨਾਂ ਦਾ ਕੋਈ ਰਿਪਲਾਈ ਨਹੀਂ ਸੀ ਹੁੰਦਾ। ਤਾਂ ਹੌਲੀ ਹੌਲੀ ਜਿੱਦਾਂ ਮੈਨੂੰ ਫਿਰ ਉਹ 1-2 ਵਾਰੀ ਇਹ ਚੀਜ਼ ਹੋਈ ਤਾਂ ਫਿਰ ਮੈਂ ਸਮਝਿਆ ਕਿ ਨਹੀਂ, ਮਤਲਬ ਇਹਨਾਂ ਨੂੰ ਜਦੋਂ ਇਦਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਸ ਟਾਈਮ ਫਿਰ ਮੈਨੂੰ ਹੀ ਮੈਨੇਜ ਕਰਨਾ ਪੈਣਾ, ਕਿਉਂਕਿ ਓਬਵੀਅਸਲੀ ਮੈਂ ਇਹਨਾਂ ਦੇ ਕੋਲ ਹੁੰਦੀ ਹਾਂ ਹਰ ਟਾਈਮ, ਦਿਨ ਰਾਤ। ਤਾਂ ਜਦੋਂ ਇਹਨਾਂ ਦੀ ਇਦਾਂ ਦੀ ਕੰਡੀਸ਼ਨ ਹੁੰਦੀ ਸੀ ਤਾਂ ਮੈਂ ਸਭ ਤੋਂ ਪਹਿਲਾਂ ਜਾ ਕੇ ਮੈਡੀਸਨ ਹੀ ਲੈ ਕੇ ਆਉਂਦੀ ਸੀ, ਜੋ ਕਿ ਹਰ ਕੋਈ ਇਹੀ ਚੀਜ਼ ਕਰੇਗਾ ਅਗਰ ਕੋਈ ਵੀ ਹੋਏਗਾ ਤਾਂ। ਔਰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਨਾਰਮਲ ਕਰਦੀ ਸੀ, ਮੈਡੀਸਨ ਖਾਣ ਤੋਂ ਬਾਅਦ ਨਾਰਮਲ ਹੁੰਦੀ ਸੀ। ਔਰ ਇਹ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹ ਰਹੀ ਹਾਂ ਕਿ ਦਿਨ ਦੀਆਂ 3 ਡੋਜ਼ਸ ਮੈਡੀਸਨ ਦੀਆਂ ਖਾਣ ਤੋਂ ਬਾਅਦ ਵੀ ਇਹਨਾਂ ਨੂੰ ਪੇਨ ਹੋ ਰਹੀ ਸੀ। ਦਿਨ ਦੇ ਵਿੱਚ 3 ਮੈਡੀਸਨ ਖਾਣ ਦੀਆਂ, ਹਾਰਟ ਦੀ ਸਪੈਸ਼ਲ ਜਿਹੜੀ ਹਾਰਟ ਦੀ ਮੈਡੀਸਨ ਆਉਂਦੀ ਆ, ਸੋਰਬਿਟੇਟ 10 mg ਲੈ ਰਹੇ ਸੀਗੇ। ਔਰ ਉਹ 3 ਮੈਡੀਸਨ ਖਾਣ ਤੋਂ ਬਾਅਦ ਜਿੱਥੋਂ ਅਸੀਂ ਡਾਕਟਰ ਸਾਹਿਬ ਤੋਂ ਮੈਡੀਸਨ ਲੈਂਦੇ ਸੀ, ਫਿਰ ਅਸੀਂ ਇੱਕ ਮਤਲਬ ਜਿਹੜੇ ਡਾਕਟਰ ਸਾਨੂੰ ਲਿਖ ਕੇ ਦਿੰਦੇ ਸੀਗੇ, ਨਾਈਸ ਸੀ ਉਹ ਵੀ ਡਾਕਟਰ, ਬਹੁਤ ਅੱਛੇ ਸੀ। ਔਰ ਇਹ ਵੀ ਡਾਕਟਰ ਬਹੁਤ ਨਾਈਸ ਨੇ, ਬਹੁਤ ਅੱਛੇ ਨੇ, ਬਹੁਤ ਕੋਆਪਰੇਟਿਵ ਨੇ। ਔਰ ਮੈਨੂੰ ਇਹ ਚੀਜ਼ ਨਹੀਂ ਲੱਗਦਾ ਕਿ ਮੈਂ ਕਿਸੇ ਡਾਕਟਰ ਕੋਲ ਆਈ ਹਾਂ, ਮੈਨੂੰ ਇਦਾਂ ਲੱਗਦਾ ਕਿ ਮੈਂ ਆਪਣੇ ਬ੍ਰਦਰ ਕੋਲ ਬੈਠੀ ਹੋਈ ਹਾਂ। ਬ੍ਰਦਰ ਨਾਲ ਮਤਲਬ ਮੇਰੇ ਬ੍ਰਦਰ ਹੀ ਮੇਰਾ ਟ੍ਰੀਟਮੈਂਟ ਕਰ ਰਹੇ ਨੇ। ਸੋ ਮੈਂ ਥੈਂਕ ਯੂ ਕਰਨਾ ਚਾਹੂੰਗੀ ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ 2 ਮਹੀਨਿਆਂ ਦੇ ਵਿੱਚ ਇੰਨਾ ਕੁ ਕਹਿਣ ਲਈ ਖੜਾ ਕੀਤਾ। ਤੇ ਉਮੀਦ ਕਰਦੀ ਹਾਂ ਕਿ ਇਹ 6 ਮੰਥ ਤੋਂ ਪਹਿਲਾਂ ਮੇਰੀ ਮਦਰ ਨੂੰ ਬਿਲਕੁਲ ਠੀਕ ਕਰਨਗੇ। ਤੇ ਮੈਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਇਸ ਵੀਡੀਓ ਦੇ ਰਾਹੀਂ ਕਿ ਅਗਰ ਕਿਸੇ ਦੀ ਫੈਮਿਲੀ 'ਚ ਵੀ ਪਹਿਲਾਂ ਤਾਂ ਦੇਖੋ, ਸਭ ਤੋਂ ਪਹਿਲਾਂ ਮੈਂ ਇਹ ਚਾਹੁੰਦੀ ਹਾਂ ਕਿ ਕਿਸੇ ਨੂੰ ਵੀ ਇਹ ਪ੍ਰੋਬਲਮ ਨਾ ਆਵੇ, ਕਿਸੇ ਨੂੰ ਵੀ ਨਾ ਆਵੇ। ਪਰ ਜੇ ਫਿਰ ਵੀ ਕਿਸੇ ਨੂੰ ਇਹ ਪ੍ਰੋਬਲਮ ਆਂਦੀ ਆ ਤਾਂ ਬਿਨਾਂ ਸੋਚੇ ਸਮਝੇ ਕਿਤੇ ਵੀ ਨਾ ਜਾਓ, ਸਿਰਫ ਸਿੱਧਾ ਇਹ ਡਾਕਟਰ ਅਗਰਵਾਲ ਸਾਹਿਬ ਜੀ ਕੋਲ ਆਓ ਤਾਂ ਆਪਣੀ ਮੈਡੀਸਨ ਕਰਵਾਓ, ਤਾਂ ਕਿ ਤੁਸੀਂ ਬੇਫਿਕਰ ਹੋ ਕੇ ਘਰ ਜਾਓ ਤੇ ਖੁਸ਼ੀ-ਖੁਸ਼ੀ ਘਰ ਜਾਓ। ਜਿਵੇਂ ਕਿ ਹੁਣ ਅੱਜ ਮੈਂ ਵੀ ਇਹ ਸੁਣ ਕੇ ਜਾ ਰਹੀ ਹਾਂ। ਔਰ ਜੋ ਇਹਨਾਂ ਦੀ ਪਹਿਲੀ ਮੈਡੀਸਨ ਚੱਲ ਰਹੀ ਸੀ, ਉਹਨਾਂ 'ਚ ਵੀ ਇਹਨਾਂ ਨੇ 50% ਮੈਡੀਸਨ ਹੁਣ ਚਲਾਈ ਹੈ, 50% ਅੱਜ ਬੰਦ ਕਰਤੀ 2 ਮਹੀਨੇ ਬਾਅਦ। ਔਰ ਬਹੁਤ ਖੁਸ਼ੀ ਨਾਲ ਅੱਜ ਮੈਂ ਜਾ ਰਹੀ ਹਾਂ ਕਿ ਜੋ ਮੈਂ ਸੁਣਨਾ ਚਾਹੁੰਦੀ ਸੀ ਮਦਰ ਦੇ ਮੂੰਹੋਂ, ਤਾਂ ਅੱਜ ਮਦਰ ਕਹਿ ਰਹੇ ਨੇ ਕਿ ਹਾਂ ਮੈਨੂੰ ਫਰਕ ਹੈ, ਹਾਂ ਮੈਂ ਠੀਕ ਹੈ। ਹੁਣ ਵਾਕ ਲਈ ਵੀ ਜਾਂਦੇ ਨੇ, ਪਰਹੇਜ਼ ਵੀ ਕਾਫੀ ਦੱਸੇ ਹੋਏ ਨੇ, ਕਿਉਂਕਿ ਮਦਰ ਨੂੰ ਹਾਰਟ ਦੇ ਨਾਲ ਸ਼ੂਗਰ ਦੀ ਪ੍ਰੋਬਲਮ ਵੀ ਹੈ, BP ਦੀ ਪ੍ਰੋਬਲਮ ਵੀ ਹੈ।
ਤਾਂ ਸੋ ਉਹ ਮੈਡੀਸਿਨਸ ਵੀ ਉਹ ਕਹਿੰਦੇ ਨੇ ਕਿ ਹੁਣ ਅਸੀਂ ਨੈਕਸਟ ਮੰਥ ਉਹ ਵੀ ਮੈਡੀਸਿਨ ਇਹਨਾਂ ਦੀ ਘਟਾ ਦੇਣੀ ਹੈ। ਤਾਂ ਇਸ ਲਈ ਮੈਂ ਇਹ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਸਭ ਨੂੰ, ਇਸ ਵੀਡੀਓ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਸ ਕਿਸੇ ਨੂੰ ਵੀ ਪ੍ਰੋਬਲਮ ਹੁੰਦੀ ਹੈ, ਬਿਨਾਂ ਸੋਚੇ ਬਿਨਾਂ ਸਮਝੇ ਇੱਕ ਵਾਰੀ ਇਹਨਾਂ ਕੋਲ ਜ਼ਰੂਰ ਆਓ। ਮੈਂ ਇਹ ਉਮੀਦ ਕਰਦੀ ਹਾਂ ਕਿ ਕੋਈ ਵੀ ਇੱਥੋਂ ਖਾਲੀ ਨਹੀਂ ਜਾਏਗਾ, ਕਿਉਂਕਿ ਅੱਜ ਮੈਂ ਵੀ ਖਾਲੀ ਨਹੀਂ ਜਾ ਰਹੀ। ਸੋ ਥੈਂਕ ਯੂ। ਦੇਖੋ ਦੀਦੀ ਨੇ ਬਹੁਤ ਜ਼ਿਆਦਾ ਵੱਡਾ ਵਿਆਖਿਆਨ ਦਿੱਤਾ ਕਿ ਆਪਾਂ ਜਿਹੜੀ ਚੀਜ਼ 2 ਸਾਲ ਤੋਂ ਲੱਭ ਰਹੇ ਹਾਂ ਕਿ ਆਪਣੇ ਮਾਪਿਓ ਦੀ ਸਿਹਤ, ਉਹ ਦਵਾਈ ਖਾਣ ਦੇ ਬਾਅਦ ਵੀ ਨਾ ਮਿਲੇ, ਇਹ ਤਾਂ ਗੱਲ ਮਾੜੀ ਹੈ। ਰੱਬ ਇੰਨਾ ਤਾਂ ਕਰੇ ਕਿ ਦਵਾਈ ਖਾਣ ਤੋਂ ਬਾਅਦ ਸਾਨੂੰ ਫਰਕ ਪੈ ਜੇ, ਮਗਰ ਦਵਾਈ ਖਾਣ ਤੋਂ ਬਾਅਦ ਫਰਕ ਤਾਂ ਹੀ ਪਏਗਾ ਦੋਸਤੋ ਜੇ ਤੁਸੀਂ ਸਹੀ ਰਸਤੇ ਚੱਲ ਰਹੇ ਹੋ। ਆਪਾਂ 1 ਮਹੀਨੇ ਦੇ ਵਿੱਚ ਤੁਹਾਨੂੰ ਇਹ ਦੱਸ ਦਈਦਾ ਕਿ ਤੁਸੀਂ ਸਹੀ ਰਸਤੇ ਚੱਲ ਰਹੇ ਹੋ, ਸਮਝ ਆ ਜਾਂਦੀ ਇਨਸਾਨ ਨੂੰ, ਤੇ ਉਸੇ ਹਿਸਾਬ ਨਾਲ ਆਪਾਂ ਅੱਗੇ ਵੀ ਚੱਲਣਾ। ਬਸ ਇਹੀ ਕਹਿਣਾ ਚਾਹੁੰਦਾ ਹੈ ਕਿ ਆਯੁਰਵੇਦ ਚੱਲਣ ਦਾ ਇੱਕ ਰਸਤਾ ਹੈ, ਉੱਤੇ ਚੱਲੂਗੇ ਤੁਸੀਂ, ਦੱਸਣਾ ਸਾਡਾ, ਗਾਈਡ ਕਰਨਾ ਸਾਡਾ ਹੈ। ਤੇ ਇਸੇ ਨਾਲ ਫਿਰ ਆਪਾਂ ਫੇਰ ਵੀਡੀਓ ਬਣਾਵਾਂਗੇ ਮਾਤਾ ਜੀ ਦੀ, 6 ਮਹੀਨੇ ਬਾਅਦ ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ। पोस्ट कर दो।